Good afternoon, I am Hanish Bansal, I am your business study lecturer। ਤਾਂ ਸਟੂਡੈਂਟਸ ਆਪਣਾ ਜਿਹੜਾ ਟੌਪਿਕ ਚੱਲ ਰਿਹਾ ਡਾਇਰੈਕਟਿੰਗ, ਅਤੇ ਇਹਦੇ ਵਿੱਚ ਆਪਾਂ ਸੈਕਿੰਡ ਪੁਆਇੰਟ 'ਤੇ ਆ ਗਏ ਸੀਗੇ ਡੈਮੋਕ੍ਰੇਟਿਵ ਔਰ ਪਾਰਟੀਸਪੇਟਿਵ ਲੀਡਰਸ਼ਿਪ। ਇਹ ਹੁੰਦੇ ਨੇ ਗਰੁੱਪ ਸੈਂਟਰਡ ਹੁੰਦੇ ਨੇ ਸਟੂਡੈਂਟਸ। ਅੰਡਰ ਦਿਸ ਸਟਾਈਲ ਲੀਡਰ ਟੇਕਸ ਡਿਸੀਜ਼ਨ ਇਨ ਕੰਸਲਟੇਸ਼ਨ ਐਂਡ ਪਾਰਟੀਸਪੇਸ਼ਨ ਵਿਦ the employee. He delegates and decentralization the authority. Leader follows the opinion of majority. He provides freedom of thinking and expression. He listens to the suggestion and grievance and opinion of the subordinate। ਕਹਿੰਦੇ ਇਹ ਗਰੁੱਪ ਸੈਂਟਰਡ ਹੁੰਦੇ ਨੇ ਸਟੂਡੈਂਟਸ। ਇਹਦੇ ਵਿੱਚ ਕੀ ਹੁੰਦਾ, ਇੰਪਲੋਈ ਦੀ ਵੀ ਪਾਰਟੀਸਪੇਸ਼ਨ ਹੁੰਦੀ ਹੈ। ਇੰਪਲੋਈ ਤੋਂ ਜਿਹੜਾ ਲੀਡਰ ਹੁੰਦਾ ਇੰਪਲੋਈ ਤੋਂ ਪੁੱਛਦਾ, ਉਹਦੀ ਕੰਸਲਟੇਸ਼ਨ ਲੈਂਦਾ ਅਤੇ ਉਸ ਫਿਰ ਮੈਜੋਰਟੀ ਦੀ ਓਪੀਨੀਅਨ ਦੇ ਮੁਤਾਬਿਕ ਹੀ ਫੈਸਲੇ ਲੈਂਦਾ, ਇਸ ਲਈ ਇਹਨੂੰ ਗਰੁੱਪ ਸੈਂਟਰਡ ਬੋਲਦੇ ਨੇ। ਠੀਕ ਹੈ। ਅਤੇ ਜਿਹੜੇ ਐਡਵਾਂਟੇਜਸ ਕੀ ਹੈ, ਇੰਪਰੂਵ ਦਾ ਜੋਬ ਸੈਟਿਸਫੈਕਸ਼ਨ ਅਤੇ ਮੁਰਾਲੇ ਇੰਪਲੋਈ ਦੇ ਵੱਧਦੇ ਨੇਗੇ, ਇੰਪਰੂਵ ਹੁੰਦੇ ਨੇਗੇ। ਡਿਸੀਜ਼ਨ ਮੇਕਿੰਗ ਇੰਪਰੂਵ ਹੁੰਦੀ ਹੈ ਇਹਦੇ ਵਿੱਚ, ਕਿਉਂਕਿ ਇਹਦੇ ਵਿੱਚ ਜਿਹੜਾ ਡਿਸੀਜ਼ਨ ਹੁੰਦਾ ਸਾਰਿਆਂ ਨਾਲ ਮਿਲ ਕੇ ਲਿਆ ਜਾਂਦਾ। ਅੱਗੇ ਦੇਖੋ ਸਟੂਡੈਂਟਸ, ਤੀਸਰਾ ਪੁਆਇੰਟ ਕੀ ਹੈ, ਡਿਵੈਲਪਸ ਪੋਜ਼ੀਟਿਵ ਐਟੀਟਿਊਡ ਐਂਡ ਰਿਡਿਊਸ ਲੇਬਰ ਟਰਨਓਵਰ ਐਂਡ ਲੇਬਰ ਐਬਸੈਂਟਿਜ਼ਮ। ਧਿਆਨ ਨਾਲ ਸੁਣੋ, ਇਹਦੇ ਵਿੱਚ ਕੀ ਹੁੰਦਾ, ਪੋਜ਼ੀਟਿਵ ਐਟੀਟਿਊਡ ਰਹਿੰਦਾ। ਟਰਨਓਵਰ ਦਾ ਮਤਲਬ ਕੋਈ ਲੇਬਰ ਹਟ ਕੇ ਨਹੀਂ ਜਾਂਦੀ ਹੈਗੀ, ਅਤੇ ਕੋਈ ਐਬਸੈਂਟ ਨਹੀਂ ਰਹਿੰਦਾ, ਅਤੇ ਕੁਇੱਕ ਡਿਸੀਜ਼ਨ ਹੁੰਦੇ ਨੇਗੇ। ਲੀਡਰ ਜਿਹੜੀ ਹੈ ਮਲਟੀਪਲਸ ਹਿਜ਼ ਅਬਿਲਿਟੀ ਥਰੂ ਕੰਟਰੀਬਿਊਸ਼ਨ ਇਜ਼ ਫੋਲੋਅਰਸ। ਠੀਕ ਹੈ। ਇਹਦੀ ਅਬਿਲਿਟੀ ਕੀ ਹੁੰਦੀ ਹੈ, ਵੱਧਦੀ ਹੈ। ਡਿਸਐਡਵਾਂਟੇਜ ਹੈ ਟਾਈਮ ਕੰਜ਼ਿਊਮਿੰਗ ਹੈ, ਕਿਉਂਕਿ ਬਹੁਤ ਸਾਰੇ ਲੋਕਾਂ ਦੀ ਸਲਾਹ ਲੈਣੀ ਪੈਂਦੀ ਹੈ। ਠੀਕ ਹੈ। ਇਹਦੇ ਵਿੱਚ ਇਟ ਮੇ ਨੋਟ ਯੀਲਡ ਪੋਜ਼ੀਟਿਵ ਰਿਜ਼ਲਟ ਵੈਨ ਸਬੋਰਡੀਨੇਟ ਪ੍ਰੈਫਰ ਮਿਨੀਮਮ ਇੰਟਰੈਕਸ਼ਨ ਵਿਦ ਦਾ ਲੀਡਰ। ਇਹਦੇ ਵਿੱਚ ਕੀ ਹੈ, ਇਹਦੇ ਵਿੱਚ ਕੀ ਹੁੰਦਾ, ਸਬੋਰਡੀਨੇਟ ਕੀ ਕਰਦਾ, ਜਿਹੜਾ ਸਬੋਰਡੀਨੇਟ ਹੁੰਦਾ ਉਹ ਹਮੇਸ਼ਾ ਲੀਡਰ ਸਬੋਰਡੀਨੇਟ 'ਤੇ ਪ੍ਰੈਫਰ ਹੋ ਜਾਂਦਾ, ਉਸ ਦੇ ਅਕੋਰਡਿੰਗ ਹੀ ਉਹਨੂੰ ਕੰਮ ਕਰਨਾ ਪੈਂਦਾ। ਲੀਡਰ ਮੇ ਪਾਸ ਦਾ ਵਰਕ ਦਾ ਸਬੋਰਡੀਨੇਟ ਐਬਡੀਕੇਟ ਰਿਸਪੋਂਸੀਬਿਲਿਟੀ। ਲੀਡਰ ਕੀ ਆ, ਆਪਣੀ ਜਿਹੜਾ ਪਾਸ ਕਰ ਦਿੰਦਾ ਕੰਮ ਨੂੰ ਸਬੋਰਡੀਨੇਟ 'ਤੇ, ਅਤੇ ਖੁਦ ਆਪ ਨਹੀਂ ਦੇਖਦਾ, ਉਸ ਲੋਕਾਂ ਦੇ ਵਿਊਜ਼ ਉਹਨਾਂ ਦੇ ਹੀ ਉੱਤੇ ਪਾਸ ਕਰ ਦਿੰਦਾ ਆਪਦਾ ਕੰਮ। ਕੰਸਲਟੇਸ਼ਨ ਵਿਦ ਸਬੋਰਡੀਨੇਟ ਮੇ ਬੀ ਕੰਸੀਡਰਡ ਐਜ਼ ਸਾਈਨ ਆਫ ਇਨਕੋਂਪੀਟੈਂਸ ਆਫ ਅ ਲੀਡਰ। ਇਹਦੇ ਵਿੱਚ ਕੀ ਹੁੰਦਾ, ਕੰਸਲਟੇਸ਼ਨ ਲੈਣੀ ਪੈਂਦੀ ਹੈ ਸਬੋਰਡੀਨੇਟ ਦੀ। ਠੀਕ ਹੈ। ਫਿਰ ਇਹਦੇ ਨਾਲ ਕੀ ਹੁੰਦਾ, ਲੀਡਰ ਇਨਕੋਂਪੀਟੈਂਟ ਹੋ ਜਾਂਦਾ। ਇਹ ਉੱਥੇ ਹੀ ਕੰਮ ਆਉਂਦਾ ਜਿੱਥੇ ਆਪਾਂ ਨੂੰ ਕੰਪਨੀ ਨੂੰ ਇਨਕਰੀਜ਼ ਕਰਨੀ ਹੋਵੇ, ਜੋਬ ਸੈਟਿਸਫੈਕਸ਼ਨ ਜਾਂ ਇੰਡੀਪੈਂਡੈਂਸ ਹੋਵੇ ਇੰਪਲੋਈ ਦੀ। ਵੈਨ ਲੀਡਰ ਵਾਂਟ ਸ਼ੇਅਰ ਡਿਸੀਜ਼ਨ ਮੇਕਿੰਗ ਸਬੋਰਡੀਨੇਟ ਹੋਵੇ। ਵੈਨ ਸਬੋਰਡੀਨੇਟ ਹੈਵ ਐਕਸੈਪਟਡ ਦਾ ਗੋਲ ਆਰਗੇਨਾਈਜੇਸ਼ਨ। ਜਦੋਂ ਇਹ ਆਪਾਂ ਨੂੰ ਸਬੋਰਡੀਨੇਟ ਨੂੰ ਗੋਲ ਜਿਹੜਾ ਐਕਸੈਪਟਡ ਹੋਵੇ, ਆਰਗੇਨਾਈਜੇਸ਼ਨ ਦਾ ਗੋਲ ਅਚੀਵ ਕਰਨਾ ਹੋਵੇ, ਉੱਥੇ ਇਹ ਕੰਮ ਆਉਂਦਾ। ਸਿੰਪਲ ਹੈ, ਪੁਆਇੰਟ ਨੂੰ ਆਪਾਂ ਨੇ ਇੱਕੋ ਹੀ ਗੱਲ ਕਹੀ ਹੈ। ਇਹਦੇ ਵਿੱਚ ਸਾਰਿਆਂ ਲੀਡਰ ਆਪਣੇ ਇੰਪਲੋਈ ਨਾਲ ਪੁੱਛ ਗਿੱਛ ਕਰਕੇ ਕੰਸਲਟੇਸ਼ਨ ਲੈ ਕੇ ਹੀ ਕੰਮ ਕਰਦਾ, ਉਹਨਾਂ ਦੀ ਸਲਾਹ ਲੈਂਦਾ। ਠੀਕ ਹੈ। ਅੱਗੇ ਨੈਕਸਟ ਪੁਆਇੰਟ ਆ ਜਾਂਦਾ, ਦੇਖੋ ਫਰੀ ਰੇਨ ਫੇਅਰ ਜਾਂ ਲੀਡਰਸ਼ਿਪ, ਇਹਨੂੰ ਕੁਛ ਵੀ ਕਹਿ ਸਕਦੇ ਹਨ, ਦੋ ਨਾਮ ਦਿੱਤੇ ਉਹਨੇ। ਦਿਸ ਸਟਾਈਲ ਇਨਵੋਲਵਸ ਕੰਪਲੀਟ ਡੈਲੀਗੇਸ਼ਨ ਆਫ ਅਥਾਰਟੀ ਸੋ ਦੈਟ subordinate themselves take decision. In this style, leader avoids power and he serves only as a contact to bring information and resources needed by the subordinate। ਹੁਣ ਇਹਦੇ ਵਿੱਚ ਇਹ ਸਿਸਟਮ ਹੈ ਸਟੂਡੈਂਟਸ। ਪਹਿਲੇ ਵਾਲੇ ਪੁਆਇੰਟ ਦੇ ਵਿੱਚ ਤਾਂ ਸਿੰਪਲ ਸੀਗਾ, ਪਹਿਲੇ 'ਚ ਲੀਡਰ ਹੀ ਸਾਰੇ ਫੈਸਲੇ ਲੈਂਦਾ ਸੀ, ਦੂਸਰੇ 'ਚ ਲੀਡਰ ਦੂਜਿਆਂ ਤੋਂ ਕੰਸਲਟੇਸ਼ਨ ਲੈਂਦਾ ਸੀ, ਫੈਸਲੇ ਪਰ ਖੁਦ ਲੈਂਦਾ ਸੀ। ਤੀਸਰੇ ਦੇ ਵਿੱਚ ਇਹ ਹੈ ਕਿ ਹੁਣ ਇਹਦੇ ਵਿੱਚ ਲੀਡਰ ਆਪਣੀ ਸਾਰੀ ਪਾਵਰ ਰਿਸਪੋਂਸੀਬਿਲਿਟੀ ਸਬੋਰਡੀਨੇਟ ਨੂੰ ਦੱਸ ਦੇ ਦਿੰਦਾ, ਉਹਦਾ ਖੁਦ ਦਾ ਕੋਈ ਵਜੂਦ ਨਹੀਂ ਰਹਿੰਦਾ। ਉਹ ਸਬੋਰਡੀਨੇਟ ਹੀ ਆਪਸ 'ਚ ਤੈਅ ਕਰਕੇ ਆਪਦੇ ਹੀ ਡਿਸੀਜ਼ਨ ਆਪ ਲਈ ਜਾਂਦੇ ਰਹਿੰਦੇ ਨੇ। ਠੀਕ ਹੈ। ਇਸ ਲਈ ਇਹ ਪੁਆਇੰਟ ਆ ਜਾਂਦਾ। ਅਤੇ ਇਹਦੇ ਵਿੱਚ ਐਡਵਾਂਟੇਜਸ ਕੀ ਨੇਗੇ, ਪੋਜ਼ੀਟਿਵ ਇਫੈਕਟ ਪੈਂਦਾ, ਜੋਬ ਸੈਟਿਸਫੈਕਸ਼ਨ ਹੁੰਦੀ ਹੈ, ਮੁਰਾਲੇ ਵੱਧਦੇ ਨੇ, ਮੈਕਸੀਮਮ ਸਕੋਪ ਹੁੰਦਾ ਡਿਵੈਲਪਮੈਂਟ ਦਾ, ਕਿਉਂਕਿ ਖੁਦ ਸਬੋਰਡੀਨੇਟ ਸੋਚਦੇ ਨੇ। ਫੁੱਲ ਯੂਟੀਲਾਈਜੇਸ਼ਨ ਅਤੇ ਕੈਪੇਬਿਲਿਟੀ ਵੱਧਦੀ ਹੈ ਇੰਪਲੋਈ ਦੀ, ਪਰ ਲੀਡਰ ਦੀ ਕੁਛ ਨਹੀਂ ਵੱਧਦੀ। ਡਿਸਐਡਵਾਂਟੇਜਸ ਕੀ ਹੈ, ਇਹਦੇ ਵਿੱਚ ਸਬੋਰਡੀਨੇਟ ਇਹ 'ਚ ਗਾਈਡੈਂਸ ਨਹੀਂ ਕਰਦਾ ਸਬੋਰਡੀਨੇਟ, ਨਾ ਸਪੋਰਟ ਹੁੰਦੀ ਲੀਡਰ ਦੀ। ਇਹਦੇ ਵਿੱਚ ਕੀ ਹੁੰਦਾ, ਇਟ ਇਗਨੋਰ ਕੰਟਰੀਬਿਊਸ਼ਨ ਆਫ ਲੀਡਰ ਦੀ ਕੋਈ ਕੰਟਰੀਬਿਊਸ਼ਨ ਨਹੀਂ ਰਹਿੰਦੀ ਇਹਦੇ ਅੰਦਰ। ਅਤੇ ਸਬੋਰਡੀਨੇਟ ਮੇ ਵਰਕ ਇਨ ਡਿਫਰੈਂਟ ਐਂਡ ਡਾਇਰੈਕਸ਼ਨ ਐਂਡ ਰਿਜ਼ਲਟ ਇਨ ਚਾਰਜ। ਇਹਦੇ ਵਿੱਚ ਕੀ ਹੁੰਦਾ,
सबॉर्ਡੀਨੇਟ ਡਿਫਰੈਂਟ ਡਾਇਰੈਕਸ਼ਨ, ਜਿਹੜਾ ਆਰਗੇਨਾਈਜੇਸ਼ਨ ਦੇ ਗੋਲ ਹੁੰਦੇ ਨੇ ਉਹਨਾਂ ਦੀ ਡਾਇਰੈਕਸ਼ਨ ਨੂੰ ਛੱਡ ਕੇ ਹੋਰ ਡਾਇਰੈਕਸ਼ਨ ਚਲੇ ਜਾਂਦੇ ਨੇਗੇ, ਤਾਂ ਇਹ ਪੁਆਇੰਟ ਇਹਦੇ ਅੰਦਰ ਆ ਜਾਂਦਾ। ਹੁਣ ਜੇ ਅਗਰ ਇਹਨਾਂ ਦਾ ਆਪਾਂ ਡਿਫਰੈਂਸ ਕਰੀਏ, ਡਿਫਰੈਂਸ ਦੇ ਵਿੱਚ ਦੇਖੋ ਸਟੂਡੈਂਟਸ ਕਿ ਹੁਣ ਪਹਿਲਾ ਪੁਆਇੰਟ ਡਿਸੀਜ਼ਨ ਮੇਕਿੰਗ, ਲੀਡਰ 'ਚ ਜਿਹੜੀ ਡਿਸੀਜ਼ਨ ਹੁੰਦੀ ਹੈ ਇਹਦੇ ਵਿੱਚ ਉਹ ਕੰਸਲਟੇਸ਼ਨ ਲੈਂਦੇ, ਇਹ 'ਚ ਸਬੋਰਡੀਨੇਟ ਦੇ ਡਿਸੀਜ਼ਨ ਹੁੰਦੇ ਨੇ। ਕਮਿਊਨੀਕੇਸ਼ਨ ਇਹ 'ਚ 1 ਵੇ ਹੁੰਦਾ, ਇਹ 'ਚ 2 ਵੇ ਹੁੰਦਾ, ਇਹ 'ਚ ਫਰੀ ਫਲੋ ਹੁੰਦਾ। ਮੋਟੀਵੇਸ਼ਨ 'ਚ ਇਹ 'ਚ ਫੀਅਰ ਐਂਡ ਪਨਿਸ਼ਮੈਂਟ ਹੁੰਦਾ, ਇਹ 'ਚ ਰਿਵਾਰਡ ਹੁੰਦਾ, ਇਹਦੇ ਵਿੱਚ ਸੈਲਫ ਡਾਇਰੈਕਸ਼ਨ ਹੁੰਦੀ ਹੈ। ਠੀਕ ਹੈ, ਸਿੰਪਲ ਪੁਆਇੰਟ ਹੈ। ਜੇਕਰ ਕੰਸੈਪਟ ਕਲੀਅਰ ਹੋ ਗਿਆ ਤਾਂ ਪੁਆਇੰਟ ਆਰਾਮ ਨਾਲ ਹੋ ਜਾਣਗੇ। ਡੈਲੀਗੇਸ਼ਨ ਆਫ ਅਥੋਰਟੀ 'ਚ ਇਹ 'ਚ ਕੋਈ ਡੈਲੀਗੇਸ਼ਨ ਨਹੀਂ ਹੁੰਦੀ, ਇਹ 'ਚ ਡੈਲੀਗੇਸ਼ਨ ਹੁੰਦੀ ਹੈ। ਇਹਦੇ ਵਿੱਚ ਕੰਪਲੀਟ, ਇਹ 'ਚ ਥੋੜ੍ਹੀ ਜਿਹੀ ਡੈਲੀਗੇਸ਼ਨ ਹੁੰਦੀ ਹੈ, ਬਹੁਤ ਕੰਪਲੀਟ ਡੈਲੀਗੇਸ਼ਨ ਹੁੰਦੀ ਹੈ। ਫੋਕਸ ਇਹ 'ਚ ਲੀਡਰ ਕੰਟਰੋਲ ਹੁੰਦਾ, ਗਰੁੱਪ ਹੁੰਦਾ ਅਤੇ ਇੰਡੀਵਿਜੂਅਲ ਹੁੰਦਾ। ਰੋਲ ਆਫ ਲੀਡਰ ਇਹਦੇ ਵਿੱਚ ਇਹ 'ਚ ਰੋਲ ਹੁੰਦਾ, ਇਹ 'ਚ ਟੀਮ ਵਰਕ ਹੁੰਦੀ ਹੈ, ਇਹਦੇ ਵਿੱਚ ਰੋਲ ਹੁੰਦਾ ਹੀ ਨਹੀਂ। ਡਿਵੈਲਪਮੈਂਟ, ਗਰੋਥ ਐਂਡ ਡਿਵੈਲਪਮੈਂਟ, ਇਹਦੇ ਵਿੱਚ ਸਕੋਪ ਦੇ ਘੱਟ ਚਾਂਸ ਹੁੰਦੇ ਨੇ। ਇਹ 'ਚ ਆਈ ਵਰਡ ਯੂਜ਼ ਕਰਦੇ ਅਤੇ ਵੀ ਵਰਡ ਯੂਜ਼ ਕਰਦੇ, ਇੱਥੇ ਯੂ ਵਰਡ ਯੂਜ਼ ਕਰਦੇ ਆ। ਇਹ ਯਾਦ ਰੱਖਣਾ ਕਿ ਸਟੱਡੀ 'ਚ ਆ ਸਕਦਾ। ਡਿਸਿਪਲਿਨ, ਇਹ 'ਚ ਕੀ ਆ, ਆਰਡਰ ਦੇ ਡਿਸਿਪਲਿਨ ਹੁੰਦੇ ਨੇ, ਇਹਦੇ ਵਿੱਚ ਇੰਟਰਚੇਂਜ ਆਈਡੀਆਜ਼ ਹੁੰਦੇ ਨੇ, ਸੈਲਫ ਡਿਸਿਪਲਿਨ ਔਰ ਕੰਟਰੋਲ ਹੁੰਦਾ। ਸਿੰਪਲ ਪੁਆਇੰਟ ਨੇ ਸਟੂਡੈਂਟਸ। ਦੇਖੋ ਸਟੂਡੈਂਟਸ, ਇਹਦੇ ਨਾਲ ਦੀ ਕੇਸ ਸਟੱਡੀ ਦੇ ਰੱਖੀ ਹੈ, ਕਹਿੰਦੇ ਵਿਚ ਸਟਾਈਲ ਆਫ ਲੀਡਰਸ਼ਿਪ ਡਜ਼ ਨਾਟ ਬਲੀਵ ਇਨ ਯੂਜ਼ ਆਫ ਪਾਵਰ ਅਨਲੈਸ ਇਜ਼ ਐਬਸੋਲਿਊਟਲੀ ਅਸੈਂਸ਼ਨ। ਤਾਂ ਹੁਣ ਸਿੰਪਲ ਜੀ ਗੱਲ ਹੈ, ਇਹ ਵਾਲਾ ਪੁਆਇੰਟ ਕਿਹਦੇ ਵਿੱਚ ਆ ਜਾਂਦਾ। ਦੇਖੋ ਹੁਣ ਕੀ ਇਹਦੇ ਇਸ ਪੁਆਇੰਟ ਦੇ ਅੰਦਰ ਆਪਾਂ ਨੇ ਹੁਣ ਵਿਚ ਸਟਾਈਲ ਆਫ ਲੀਡਰਸ਼ਿਪ ਡੂ ਨਾਟ ਬਲੀਵ ਇਨ ਯੂਜ਼ ਆਫ ਪਾਵਰ, ਔਰ ਉਹਨੂੰ ਲੀਡਰਸ਼ਿਪ ਨੂੰ ਆਪਣੀ ਪਾਵਰ ਯੂਜ਼ ਕਰਨ 'ਚ ਬਲੀਵ ਹੀ ਨਹੀਂ ਹੈਗਾ। ਠੀਕ ਹੈ, ਤਾਂ ਇਹ ਪੁਆਇੰਟ ਕੀ 'ਚ ਥਰਡ ਪੁਆਇੰਟ 'ਚ ਸੀਗਾ, ਉਹਨੂੰ ਆਪਾਂ ਦੂਸਰਾ ਨਾਮ ਨਾਲ ਕਿਹੜੇ ਨਾਲ ਜਾਣਦੇ ਸੀਗੇ, ਲੀਜ਼ ਫੇਅਰ ਲੀਡਰਸ਼ਿਪ। ਸਮਝ ਆਈ ਗੱਲ। ਇਹਦੇ ਵਿੱਚ ਲੀਡਰ ਆਪਣੀ ਪਾਵਰ ਲੈਣਾ ਹੀ ਨਹੀਂ ਚਾਹ ਰਿਹਾ, ਨਾ ਕਿਸੇ ਤੋਂ ਕੰਸਲਟੇਸ਼ਨ ਲੈ ਰਿਹਾ। ਦੂਸਰਾ ਇਹੀ ਹੈ, ਇਨ ਐਨ ਆਰਗੇਨਾਈਜੇਸ਼ਨ ਇੰਪਲੋਈ ਆਲਵੇਜ਼ ਫੀਲ ਦੈਟ ਦੇਅਰ ਆਰ under stress and as the manager does not discuss anything with them and simply instruct them and what to do, he never listen to us। ਇਹਦੇ ਵਿੱਚ ਕੀ ਆ ਕਿ ਸਿਰਫ ਲੀਡਰ ਹੀ ਆਪਦੇ ਫੈਸਲੇ ਲਈ ਜਾਂਦਾ। ਪਹਿਲਾ ਵਾਲਾ ਪੁਆਇੰਟ ਆਉਂਦਾ, ਉਹਨੂੰ ਕੀ ਬੋਲਦੇ, ਐਟੋਕ੍ਰੈਟਿਕ। ਕਲੀਅਰ ਹੈ, ਐਟੋਕ੍ਰੈਟਿਕ ਹੈ, ਸਿੰਪਲ ਕੰਸੈਪਟ ਹੈ। ਠੀਕ ਹੈ, ਹੁਣ ਇਹ ਤੁਸੀਂ ਕੇਸ ਸਟੱਡੀ ਪੜ੍ਹ ਲੈਣੀ ਆ। ਠੀਕ ਹੈ, ਮੈਂ ਤੁਹਾਨੂੰ ਪੜ੍ਹ ਕੇ ਦੱਸ ਦਿੰਦਾ। Among Gupta is a managing director of Denver Limited. The company was established a good name for itself। ठीक है, ये तुसी सारी केस स्टडी रीड करोगे। देखो उस तो बाद जो केस स्टडी तुसी रीड कर ली तो इत्थे पुछदा क्वेश्चन च नॉट ओनली द मंग विजिट हिज कांता एंड एडवाइस टू हर टेक हस सफिशेंट रेस्ट, आइडेंटिफाई द लीडरशिप स्टाइल। इन्हां च लीडरशिप स्टाइल आइडेंटिफाई करना। ठीक है, ਹੁਣ ਆਹ ਤੁਸੀਂ ਇਹ ਤੁਹਾਡਾ ਹੋਮਵਰਕ ਹੈ, ਤੁਸੀਂ ਕਰਨਾ ਹੈ। ਠੀਕ ਹੈ, ਇਹ ਪੂਰੀ ਕੇਸ ਸਟੱਡੀ ਰੀਡ ਕਰੋਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ, ਤਿੰਨਾਂ ਦੇ ਵਿੱਚੋਂ ਇੱਕ ਹੋਊਗਾ। ਠੀਕ ਹੈ, ਇਹਦੇ ਵਿੱਚ ਦੇਖੋ ਇਨ ਮਯੰਕ ਲਿਮਟਿਡ ਸਿਲੈਕਸ਼ਨ ਪ੍ਰੋਸੈਸ ਇਜ਼ ਵੈਰੀ ਫੇਅਰ, ਸਾਇੰਟੀਫਿਕ ਐਂਡ ਸਟੈਂਡਰਡਾਈਜ਼ਡ, ਕੰਪੀਟੈਂਟ ਲੇਬਰੀਜ਼ employee with good work culture as selected. As a result, subordinates are sufficient, responsible and take initiative in every activity. Which kind of leadership style would be suitable in Manic Limited? ਇਹਦੇ ਵਿੱਚ ਕੀ ਆ, ਸਿੰਪਲ ਹੈ। ਇਹਦੇ ਵਿੱਚ ਫਰੀ ਵਾਲਾ ਥਰਡ ਪੁਆਇੰਟ ਆ ਜਾਊਗਾ। ਠੀਕ ਆ, ਆਹ ਵਾਲਾ ਪੁਆਇੰਟ ਫਰੀ ਰੇਨ ਵਾਲਾ ਪੁਆਇੰਟ ਆ ਜਾਊਗਾ। ਕਿਉਂ ਆ ਰਿਹਾ ਇਹ 'ਚ ਫਰੀ ਰੇਨ ਵਾਲਾ ਪੁਆਇੰਟ, ਕਿਉਂਕਿ ਇਹਦੇ ਵਿੱਚ ਦੇਖੋ ਸਿੰਪਲ ਗੱਲ 'ਤੇ ਲਿਖਿਆ ਹੋਇਆ, ਸਬੋਰਡੀਨੇਟ ਐਫੀਸ਼ੀਐਂਟ ਰਿਸਪੋਂਸੀਬਲ ਹੈ, ਇਨੀਸ਼ੀਏਟਿਵ ਹੈ, ਹਰ ਐਕਟੀਵਿਟੀ ਦੇ ਵਿੱਚ ਸਾਰੇ ਕੰਮ ਖੁਦ ਹੀ ਕਰੀ ਜਾ ਰਿਹਾ, ਤਾਂ ਇਸ ਲਈ ਥਰਡ ਵਾਲਾ ਪੁਆਇੰਟ ਇਹਦੇ ਅੰਦਰ ਆ ਜਾਊਗਾ। ਠੀਕ ਹੈ, ਅਤੇ ਜੇਕਰ ਤੁਹਾਨੂੰ ਤੀਸਰੀ ਕੇਸ ਸਟੱਡੀ ਨਹੀਂ ਪਤਾ ਚੱਲੀ ਤਾਂ ਵੀ ਮੈਨੂੰ ਦੱਸ ਦਿਓ ਕਮੈਂਟ ਕਰਕੇ। ਠੀਕ ਹੈ, ਤਾਂ ਮੈਂ ਤੁਹਾਨੂੰ ਉਹ ਵੀ ਸਮਝਾ ਦੂੰਗਾ। ਠੀਕ ਹੈ, ਤੁਹਾਡੇ ਲਈ ਇੱਕੋ ਹੀ ਕੇਸ ਸਟੱਡੀ ਮੈंने ਹੋਮਵਰਕ ਰੱਖੀ ਹੈ। ਚਲੋ ਆਪਣਾ ਖਿਆਲ ਰੱਖੋ, ਸੁਰੱਖਿਅਤ ਰਹੋ, ਜੈ ਹਿੰਦ।